ਪ੍ਰੋਵਿੰਸ਼ੀਅਲ ਹੈਲਥ ਆਫੀਸ਼ੀਅਲਸ ਨੇ ਦੱਸਿਆ ਹੈ ਕਿ ਓਨਟਾਰੀਓ ਦੇ ਵਿੱਚ 24 ਘੰਟਿਆਂ ਦੌਰਾਨ ਕੋਵਿਡ-19 ਦੇ 2400 ਨਵੇਂ ਕੇਸ ਸਾਹਮਣੇ ਆਏ। 56,660 ਦੇ ਕਰੀਬ ਬੀਤੇ 24 ਘੰਟਿਆਂ ਦੌਰਾਨ ਕੋਵਿਡ-19 ਦੇ ਟੈਸਟ ਵੀ ਕੀਤੇ ਗਏ। अस्पताल दे विच मरीजां दी गिणती 1000 है, जिन्हां चों 275 इंटेंसिव केयर अधीन हन। ओनटारियो दे विच लगातार कोविड केस वधदे जा रहे हन। एक्टिव केसेस इत्थे 19,424 ने। टोरंटो दे विच 629, पील रीजन दे विच 448, विंडसर एसेक्स दे विच 234 कोविड-19 इन्फेक्शन दे केसेस रिपोर्ट कीते गए। दस दईए कि इन्हां केसेस नूं देखदिआं 26 दसंबर तो सख्तियां मुड़ तो कीतीआं जा रहीआं हन। उधर क्यूबैक दे विच 24 घंटिਆਂ दौरान 74 मौतां दर्ज कीतीਆਂ गईਆਂ। 2247 ਦੇ ਕਰੀਬ ਕੋਵਿਡ-19 ਦੇ ਕੇਸਿਸ ਰਿਪੋਰਟ ਕੀਤੇ ਗਏ। क्यूबैक ਦੇ ਵਿੱਚ ਹੁਣ ਤੱਕ 1,83,523 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਦੇ ਵਿੱਚੋਂ 19,381 ਐਕਟਿਵ ਨੇ। ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਵਧਣਾ ਅਜੇ ਵੀ ਬਰਕਰਾਰ ਹੈ। 1,067 ਲੋਕ ਇਸ ਸਮੇਂ ਕੋਵਿਡ-19 ਦੇ ਚੱਲਦਿਆਂ ਹਸਪਤਾਲ ਦੇ ਵਿੱਚ ਨੇ, ਜਿਨ੍ਹਾਂ ਵਿੱਚੋਂ 142 ਇੰਟੈਂਸਿਵ ਕੇਅਰ ਅਧੀਨ ਨੇ। ਮੈਨੀਟੋਬਾ ਤੋਂ 201 ਮਾਮਲੇ ਰਿਪੋਰਟ ਕੀਤੇ ਗਏ। 15 ਲੋਕਾਂ ਦੀ ਇਸ ਵਾਇਰਸ ਕਾਰਨ ਬੀਤੇ 24 ਘੰਟਿਆਂ ਦੌਰਾਨ ਇੱਥੇ ਜਾਨ ਵੀ ਗਈ ਹੈ। ਹੁਣ ਤੱਕ ਕੈਨੇਡਾ ਦੇ ਵਿੱਚ 5,28,000 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ। 14,538 ਦੇ ਕਰੀਬ ਲੋਕਾਂ ਦੀ ਇਸ ਵਾਇਰਸ ਕਾਰਨ ਜਾਨ ਜਾ ਚੁੱਕੀ ਹੈ। 4,35,000 ਦੇ ਕਰੀਬ ਰਿਕਵਰਡ ਕੇਸਿਸ ਹਨ, ਜਾਣੀ ਕਿ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੈ। ਐਕਸਪ੍ਰੈਸ ਐਂਟਰੀ ਦਾ CRS ਪੁਆਇੰਟ ਇੱਕ ਹੋਰ ਅੰਕ ਹੇਠਾਂ ਆਇਆ ਹੈ। ਦਸੰਬਰ 23 ਨੂੰ ਨਵਾਂ ਡਰਾਅ ਕੱਢਿਆ ਗਿਆ, ਜਿਸ ਦੇ ਤਹਿਤ 5,000 ਨੂੰ ਸੱਦਾ ਦਿੱਤਾ ਗਿਆ। ਇਹ ਇਨਵੀਟੇਸ਼ਨ 468 ਕੰਪਰੀਹੈਂਸਿਵ ਰੈਂਕਿੰਗ ਸਕੋਰ ਵਾਲਿਆਂ ਨੂੰ ਦਿੱਤੇ ਗਏ। ਪਿਛਲੇ ਡਰਾਅ ਦਾ ਦਸੰਬਰ 9 ਨੂੰ ਐਲਾਨ ਕੀਤਾ ਗਿਆ ਸੀ। ਹੁਣ ਤੱਕ ਐਕਸਪ੍ਰੈਸ ਐਂਟਰੀ ਡਰਾਅ ਦੇ ਤਹਿਤ 1,07,350 ਨੂੰ ਸੱਦਾ ਦਿੱਤਾ ਜਾ ਚੁੱਕਿਆ ਹੈ। ਐਕਸਪ੍ਰੈਸ ਐਂਟਰੀ 3 ਫੈਡਰਲ ਇਕੋਨੋਮਿਕ ਕਲਾਸਿਸ ਪ੍ਰੋਗਰਾਮ ਦੇ ਲਈ ਕੈਨੇਡਾ ਦਾ ਇਮੀਗ੍ਰੇਸ਼ਨ ਮੈਨੇਜਮੈਂਟ ਸਿਸਟਮ ਹੈ। ਇਹ 3 ਇਕੋਨੋਮਿਕ ਕਲਾਸ ਪ੍ਰੋਗਰਾਮ ਹਨ: ਫੈਡਰਲ ਸਕਿਲਡ ਵਰਕਰ ਪ੍ਰੋਗਰਾਮ, ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ। ਉਮੀਦਵਾਰਾਂ ਦੀ ਉਮਰ, ਪੜ੍ਹਾਈ, ਕੰਮ ਦੇ ਤਜਰਬੇ ਅਤੇ ਭਾਸ਼ਾ ਦੇ ਆਧਾਰ ਦੇ ਉੱਪਰ ਉਹਨਾਂ ਨੂੰ CRS ਸਕੋਰ ਦਿੱਤੇ ਜਾਂਦੇ ਹਨ। ਜੇਕਰ ਕੈਂਡੀਡੇਟਸ ਦੇ ਵਿੱਚ ਟਾਈ ਹੋ ਜਾਵੇ ਤਾਂ ਇਸ ਵਾਸਤੇ ਟਾਈ ਬ੍ਰੇਕਿੰਗ ਰੂਲ ਵੀ ਹੈ। ਜਿਨ੍ਹਾਂ ਉਮੀਦਵਾਰਾਂ ਨੂੰ ਇਸ ਨਵੇਂ ਡਰਾਅ ਦੇ ਤਹਿਤ ਸੱਦਾ ਦਿੱਤਾ ਗਿਆ ਹੈ, ਉਹਨਾਂ ਨੂੰ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜੂਨ 4, 2020 ਤੋਂ ਪਹਿਲਾਂ ਜਮ੍ਹਾਂ ਕਰਵਾਉਣੀ ਪਵੇਗੀ। ਤੋਂ ਹੁਣ ਇਸ ਨਵੇਂ ਐਕਸਪ੍ਰੈਸ ਐਂਟਰੀ ਦੇ ਡਰਾਅ ਦਾ ਐਲਾਨ ਹੋਇਆ ਹੈ। ਇਸ ਦੇ ਤਹਿਤ ਵੀ 5,000 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ। ਡਰਾਈਵਰਾਂ ਨੂੰ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ, ਕਿਉਂਕਿ ਟੋਰੰਟੋ ਦੇ ਵਿੱਚ ਕ੍ਰਿਸਮਸ ਦੇ ਮੌਕੇ ਮੀਂਹ ਪੈ ਸਕਦਾ ਹੈ। ਕ੍ਰਿਸਮਸ ਮੌਕੇ ਟੋਰੰਟੋ ਦੇ ਵਿੱਚ ਮੀਂਹ ਪੈ ਸਕਦਾ ਹੈ। ਇਹ ਜਾਣਕਾਰੀ ਦਿੱਤੀ ਹੈ ਵਾਤਾਵਰਣ ਕੈਨੇਡਾ ਨੇ। ਉਹਨਾਂ ਦਾ ਕਹਿਣਾ ਹੈ ਕਿ ਕ੍ਰਿਸਮਸ ਮੌਕੇ ਟੋਰੰਟੋ ਦੇ ਵਿੱਚ ਭਾਰੀ ਬਰਸਾਤ ਹੋਵੇਗੀ। ਕਿਹਾ ਜਾ ਰਿਹਾ ਹੈ ਕਿ ਵੀਰਵਾਰ ਨੂੰ ਇਹ ਭਾਰੀ ਮੀਂਹ ਪਵੇਗਾ। 15 ਤੋਂ 25 ਮਿਲੀਮੀਟਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਵੀਰਵਾਰ ਰਾਤ ਨੂੰ ਮੀਂਹ ਦੇ ਨਾਲ ਬਰਫ਼ ਪੈਣ ਕਾਰਨ ਠੰਡ ਹੋਰ ਵੱਧ ਜਾਣ ਦੇ ਆਸਾਰ ਹਨ। ਵਾਤਾਵਰਣ ਕੈਨੇਡਾ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਰਾਤ ਤੋਂ ਸ਼ੁੱਕਰਵਾਰ ਸਵੇਰ ਤੱਕ ਬਰਫ਼ਬਾਰੀ ਹੋਵੇ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਮੇਂ ਸਿਰ ਘਰੋਂ ਕੰਮ ਕਰਨ ਦੇ ਲਈ ਨਿਕਲਣ ਅਤੇ ਫਿਰ ਕਾਹਲੀ ਨਾ ਕਰਨ, ਜਾਣੀ ਕਿ ਜਲਦਬਾਜ਼ੀ ਨਾ ਕਰਨ, ਕਿਉਂਕਿ ਹੋ ਸਕਦਾ ਹੈ ਕਿ ਇਸ ਮੌਸਮ ਕਾਰਨ ਕਈ ਰਾਹ ਬੰਦ ਹੋ ਜਾਣ। ਇਸ ਦੇ ਨਾਲ ਹੀ ਡਰਾਈਵਰਸ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਧਿਆਨ ਦੇ ਨਾਲ ਡਰਾਈਵਿੰਗ ਕਰਨ, ਕਿਉਂਕਿ ਸੜਕਾਂ ਦੇ ਉੱਪਰ ਤਿਲਕਣ ਹੋਣ ਕਾਰਨ ਐਕਸੀਡੈਂਟਸ, ਜਾਣੀ ਕਿ ਦੁਰਘਟਨਾਵਾਂ ਵਾਪਰਨ ਦਾ ਖਤਰਾ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਟੋਰੰਟੋ ਦੇ ਵਿੱਚ ਪਹਿਲਾਂ ਹੀ ਲਾਕਡਾਊਨ ਲਗਾਇਆ ਗਿਆ ਹੈ, ਜਿੱਥੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ। ਲੋਕਾਂ ਨੂੰ ਬਿਨਾਂ ਕੰਮ ਤੋਂ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਕੈਨੇਡਾ ਵੱਲੋਂ ਮੋਡਰਨਾ ਵੈਕਸੀਨ ਨੂੰ ਅਪਰੂਵ ਕੀਤਾ ਗਿਆ ਹੈ, ਜਾਣੀ ਕਿ ਹੈਲਥ ਕੈਨੇਡਾ ਵੱਲੋਂ ਇਸ ਨੂੰ ਹਰੀ ਝੰਡੀ ਦਿੱਤੀ ਗਈ ਹੈ। ਇਸ ਦੇ ਚੱਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਇਸ ਵੈਕਸੀਨ ਦੇ ਨਾਲ ਜੁੜੀ ਹੋਈ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਇਸ ਮੌਕੇ ਬੋਲਦਿਆਂ ਉਹਨਾਂ ਦੱਸਿਆ ਕਿ ਕੋਵਿਡ-19 ਮੋਡਰਨਾ ਦਾ ਵੈਕਸੀਨ ਸੇਫ, ਜਾਣੀ ਕਿ ਸੁਰੱਖਿਅਤ ਪਾਇਆ ਗਿਆ ਹੈ ਤੇ ਜਲਦ ਹੀ ਕੈਨੇਡਾ ਵਾਸੀਆਂ ਨੂੰ ਇਸ ਦਾ ਪਹਿਲਾ ਬੈਚ ਮਿਲ ਜਾਵੇਗਾ। ਇਸ ਦੇ ਨਾਲ ਸੰਬੰਧਿਤ ਸਾਰੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ। ਸੁਣਾਉਂਦੇ ਹਾਂ ਤੁਹਾਨੂੰ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹੋਰ ਕੀ ਗੱਲ ਕਹੀ ਗਈ। Hello everyone. This morning we got the news that Health Canada has completed the review of the Moderna vaccine and found it to be safe and effective. Canada has an internationally recognized process of independent review, and I know that our best experts have upheld this highest standard.
Now that Health Canada has approved the Moderna vaccine, we have the green light to start rolling it out across the country. The first doses of our guaranteed 40 million dose order from Moderna will arrive in the coming days. On the Pfizer vaccine, today I also have some more good news to share. I can announce that we will be receiving an additional 250,000 doses from Pfizer next month. That takes us up to a total of almost 751,000 Pfizer vaccine doses for January. Between the early doses we've already received and the shipments now scheduled, we're on track to have at least 1.2 million doses from both Pfizer and Moderna delivered by January 31st. Our government's top priority is keeping Canadians safe. As cases keep rising, we will continue to be there for communities that need additional targeted support. We've now extended the Canadian Red Cross deployment for long-term care homes in Quebec. Just last week, our government also committed to additional civilian support for Red Sucker Lake in Manitoba and a Canadian Armed Forces deployment to Attawapiskat First Nation in Ontario to support elders and vulnerable community members. This is in addition to the requests we approved for the Red Cross in long-term care homes in Ontario and for isolation sites in Windsor, Essex. The Red Cross has done outstanding work over the last year to keep people safe. As we deal with this second wave, we need their expertise more than ever. ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।